ਆਪਾਂ ਕੱਲ ਤੱਕ ਇਹ ਵਿਚਾਰ ਕੀਤੀ ਕਿ ਕਿਵੇਂ 47 ਤੋਂ ਬਾਅਦ ਸਰਕਾਰਾਂ ਨੇ ਵਾਅਦੇ ਜੋ ਕੀਤੇ ਸਨ ਉਹਨਾਂ ਤੋਂ ਮੁਨਕਰ ਹੋਈਆਂ। ਆਖਿਰਕਾਰ ਜੋ ਬਣਦੇ ਹੱਕ ਸਨ ਉਹ ਸਿੱਖਾਂ ਨੂੰ ਨਾ ਮਿਲੇ। ਬਾਅਦ ਵਿੱਚ ਜਦੋਂ ਇੱਕ ਦੌਰ ਚੱਲਿਆ ਇਸ ਹਿੰਦੁਸਤਾਨ ਦੀ ਧਰਤੀ ਤੇ ਕਿ ਵੱਖ-ਵੱਖ ਭਾਸ਼ਾਵਾਂ ਦੇ ਅਨੁਸਾਰ ਉਹਨਾਂ ਨੂੰ ਆਪਣੇ ਇੱਕ ਭਾਸ਼ਾਈ ਸੂਬੇ ਜਿਹੜੇ ਸੀ ਉਹ ਨਿਰਧਾਰਿਤ ਕੀਤੇ ਜਾਣ ਲੱਗੇ। ਉਹਦੇ ਵਿੱਚ ਦੋ ਸੂਬੇ ਸਨ, ਇੱਕ ਮਰਾਠੀ ਭਾਸ਼ਾ ਦਾ, ਇੱਕ ਪੰਜਾਬੀ ਭਾਸ਼ਾ ਦਾ ਰੱਟਾ ਪਿਆ। ਨਾ ਉਹਨਾਂ ਨੂੰ ਇੱਕ ਭਾਸ਼ਾਈ ਸੂਬਾ ਮਿਲੇ ਤੇ ਨਾ ਪੰਜਾਬੀਆਂ ਨੂੰ, ਜਿਸ ਕਰਕੇ ਮਾਸਟਰ ਤਾਰਾ ਸਿੰਘ ਜੀ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਜੋ ਮੇਨ ਆਗੂ ਵਜੋਂ ਆਪਣਾ ਰੋਲ ਨਿਭਾ ਰਹੇ ਸਨ। ਉਹਨਾਂ ਨੇ ਇੱਕ ਨਾਅਰਾ ਬੁਲੰਦ ਕੀਤਾ ਕਿ ਜਿਹੜੇ ਸਿੱਖ ਕੌਮ ਨੂੰ ਪਿਆਰ ਕਰਦੇ ਨੇ, ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਉਹ ਆਪਣੇ ਸਿਰਾਂ ਤੇ ਮੌਤ ਦਾ ਸਿਹਰਾ ਬੰਨ੍ਹ ਕੇ ਸਾਡੇ ਨਾਲ ਚੱਲਣ। ਅਸੀਂ ਅੱਗੇ ਹੋਵਾਂਗੇ, ਭਾਵੇਂ ਜੇਲਾਂ ਕੱਟਣੀਆਂ ਪੈਣ ਤੇ ਭਾਵੇਂ ਫਿਰ ਹੁਣ ਸਰਕਾਰਾਂ ਦੀਆਂ ਛਾਤੀ ਤੇ ਗੋਲੀਆਂ ਖਾਣੀਆਂ ਪੈਣ, ਹਰ ਪ੍ਰਕਾਰ ਦੇ ਤਸ਼ੱਦਦ ਚੱਲਾਂਗੇ। ਅੱਗੇ ਅਸੀਂ ਬਹੁਤ ਵਾਰ ਜਿਹੜਾ ਹੈ ਉਹ ਸਰਕਾਰਾਂ ਦੇ ਵਾਅਦਿਆਂ ਦੇ ਉੱਤੇ ਪਹਿਰਾ ਦੇ ਕੇ ਤੇ ਘਾਟੇ ਖਾ ਲਏ ਨੇ, ਧੱਕੇ ਖਾ ਲਏ ਨੇ। ਹੁਣ ਅਸੀਂ ਇਹਨਾਂ ਦੀ ਕੋਈ ਗੱਲ ਨਹੀਂ ਮੰਨਣੀ, ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਕੋਈ ਇੱਕ ਵਾਰੀ ਧਾਰਾ ਲਾਗੂ ਹੋ ਜਾਏ ਉਹ ਥੋੜ੍ਹੀ ਕਿਤੇ ਛੇਤੀ ਤੋੜੀ ਨਹੀਂ ਜਾਂਦੀ। ਫਿਰ ਸਾਧ ਸੰਗਤ ਜੀ ਇਹ ਸੰਘਰਸ਼ ਚੱਲਿਆ 1955 ਦੇ ਵਿੱਚ ਸ਼ੁਰੂ ਹੁੰਦਾ। ਸਭ ਤੋਂ ਪਹਿਲਾਂ ਜੋ ਜੱਥੇ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਅੱਗੇ ਲੱਗਦੇ ਨੇ। ਇੱਦਾਂ ਇਹ ਜੇਲ੍ਹਾਂ ਦਾ ਸਿਲਸਿਲਾ ਬਹੁਤ ਲੰਮਾ ਚੱਲਿਆ। ਫਿਰ ਹੋਇਆ ਕਿ ਉਸ ਸਮੇਂ ਜਿਹੜੇ ਸਨ ਭੀਮ ਸੈਨ ਸੱਚਰ ਇਹ CM ਬਣਦੇ ਨੇ ਪੰਜਾਬ ਦੇ। ਇਹਨੇ ਪੰਜਾਬੀ ਸੂਬਾ ਮੋਰਚਾ ਇੱਕ ਨਾਅਰਾ ਲਾਇਆ ਜਾਂਦਾ ਸੀ, ਉਸ ਸਮੇਂ ਤੇ ਵੀ ਪਾਬੰਦੀ ਲਗਾਈ। ਸਿੱਖਾਂ ਤੇ ਬੜੇ ਅਤਿਆਚਾਰ ਹੋਣ ਲੱਗੇ, ਬੜੀ ਗਿਣਤੀ ਵਿੱਚ ਫਿਰ ਸਿੱਖਾਂ ਨੇ ਸ਼ਹੀਦੀਆਂ ਪਾਣੀਆਂ ਸ਼ੁਰੂ ਕੀਤੀਆਂ। ਕਈ ਸਾਡੇ ਬਜ਼ੁਰਗ ਨੌਜਵਾਨ ਜੇਲ੍ਹਾਂ ਦੇ ਵਿੱਚ ਜਿਹੜੇ ਨੇ ਉਹ ਕੈਦ ਕੀਤੇ ਗਏ। ਆਖਿਰਕਾਰ ਇਸੇ ਦੌਰ ਦੇ ਅੰਦਰ ਨਾ ਇੱਕ ਮੀਟਿੰਗ ਹੋਈ ਸਾਡੇ ਆਗੂਆਂ ਵੱਲੋਂ ਕਿ ਆਪਾਂ ਜੋ ਜਿੱਥੇ ਕੱਲ ਗੱਲ ਛੱਡੀ ਸੀ ਕਿ ਗੁਰਦੁਆਰਾ ਸੀਸਗੰਜ ਤੋਂ ਲੈ ਕੇ ਤੇ ਲਾਲ ਕਿਲੇ ਤੱਕ ਬਹੁਤਾ ਕੋਈ ਪੜਾਅ ਨਹੀਂ ਬਣਦਾ, ਐਵੇਂ ਥੋੜ੍ਹਾ ਜਿਹਾ ਇੰਨਾ ਕੁ ਆਪਾਂ ਜਲੂਸ ਕੱਢਾਂਗੇ। ਇਹਦਾ ਭਾਵ ਹੁੰਦਾ ਕਿ ਸਰਕਾਰ ਨੂੰ ਸੁਚੇਤ ਕਰਾਂਗੇ ਕਿ ਸਾਨੂੰ ਪੰਜਾਬੀ ਦੇ ਆਧਾਰ ਤੇ ਤਾਂ ਘੱਟੋ ਘੱਟ ਸੂਬਾ ਦਿਓ, ਅਸੀਂ ਕੀ ਕੁਝ ਨਹੀਂ ਇਸ ਦੇਸ਼ ਲਈ ਕੀਤਾ। ਤੇ ਇਹਦੇ ਵਿੱਚ ਕਿਸੇ ਦੀ ਕੋਈ ਜਾਨ ਨੂੰ ਖਤਰਾ ਨਹੀਂ ਸੀ। ਇਹ 12 ਜੂਨ ਨੂੰ ਜਿਹੜਾ ਸੀ ਐਤਵਾਰ ਦਾ ਦਿਨ ਨਿਯਤ ਕੀਤਾ ਗਿਆ ਕਿ ਅਸੀਂ ਇਸ ਦਿਨ ਵੱਡਾ ਇਕੱਠ ਕਰਕੇ ਸਰਕਾਰਾਂ ਨੂੰ ਤੇ ਇਸ ਗੱਲ ਦੀ ਜਿਹੜੀ ਹੈ ਉਹ ਈਨ ਮਨਾਵਾਂਗੇ। ਇਹਨਾਂ ਨੇ ਕੀ ਕੀਤਾ, 10 ਜੂਨ ਨੂੰ 2 ਦਿਨ ਪਹਿਲਾਂ ਉੱਥੇ ਬਹੁਤ ਭਾਰੀ ਫੋਰਸ ਜਿਹੜੀ ਆ ਪੁਲਿਸ ਵਾਲਿਆਂ ਦੀ ਜਾਂ ਕਹਿ ਲਓ ਆਰਮੀ ਵਾਲਿਆਂ ਦੀ, ਹੋਰ ਜਿਹੜੇ ਸੈਨਿਕ ਨੇ ਇਕੱਠੇ ਕੀਤੇ ਤੇ ਅਨਾਊਂਸਮੈਂਟਾਂ ਸ਼ੁਰੂ ਕੀਤੀਆਂ ਕਿ ਬਿਲਕੁਲ ਵੀ ਕੋਈ ਸਿੱਖ ਇੱਥੇ ਇਕੱਠਾ ਨਾ ਹੋਵੇ, ਅਸੀਂ ਇੱਥੇ ਕੋਈ ਵੀ ਮੂਵਮੈਂਟ ਜਿਹੜੀ ਉਹ ਤੁਹਾਨੂੰ ਕਰਨ ਨਹੀਂ ਦੇਣੀ। ਇਹਨਾਂ ਨੇ ਇਹ ਵੀ ਮੰਨਿਆ ਜਾਂਦਾ 144 ਧਾਰਾ ਲਾਈ ਕਿ ਬਹੁਤਾ ਇਕੱਠ ਨਾ ਹੋਵੇ। ਸਿੱਖਾਂ ਨੂੰ ਜਿਹੜਾ ਡਰਾਇਆ ਧਮਕਾਇਆ ਜਾਣ ਲੱਗਿਆ। ਇਹਨਾਂ ਨੇ ਲਾਊਡ ਸਪੀਕਰ ਜਿਹੜੇ ਉਹ ਬੰਦ ਕਰਨ ਨੂੰ ਕਿਹਾ। ਸਿੱਖਾਂ ਨੇ ਕੇਵਲ ਇੰਨੀ ਗੱਲ ਕਹੀ ਕਿ ਸਾਨੂੰ ਲਿਖਤੀ ਪੱਤਰ ਦਿਓ ਕਿ ਤੁਹਾਨੂੰ ਕਿਹਨੇ ਇਹ ਹੱਕ ਦਿੱਤਾ ਕਿ ਅਸੀਂ ਲਾਊਡ ਸਪੀਕਰ ਨਹੀਂ ਲਾ ਸਕਦੇ, ਅਸੀਂ ਕਿਹੜੇ ਹੱਥਾਂ 'ਚ ਹਥਿਆਰ ਫੜ ਕੇ ਤੇ ਤੁਹਾਨੂੰ ਇੱਥੇ ਮਾਰਨ ਆਏ ਆ ਡਾਂਗਾ ਲੈ ਕੇ। ਅਸੀਂ ਬੜੇ ਅਮਨ ਸ਼ਾਂਤੀ ਦੇ ਨਾਲ, ਥੋੜ੍ਹੀ ਜਿਹੀ ਵਾਟ ਆ, ਅਸੀਂ ਕੇਵਲ ਤੁਹਾਨੂੰ ਇਹ ਸੁਚੇਤ ਕਰਨਾ ਕਿ ਦਿੱਲੀ 'ਚ ਹਕੂਮਤ ਹੈ ਸਰਕਾਰਾਂ ਦੀ ਤੇ ਤੁਸੀਂ ਹੁਣ ਪੰਜਾਬੀਆਂ ਨੂੰ ਪੰਜਾਬੀ ਦੇ ਆਧਾਰ ਤੇ ਤਾਂ ਪੰਜਾਬੀ ਸੂਬਾ ਦਿਓ। ਸਾਧ ਸੰਗਤ ਜੀ ਜਿਹੜਾ ਇਹਨਾਂ ਨੇ ਜਦੋਂ ਮਤਲਬ ਕਹਿ ਲਓ ਕਿ ਬੜੀ ਸਖਤੀ ਕੀਤੀ ਨਾ, ਤੇ ਫਿਰ ਸਿੱਖਾਂ ਨੇ ਇੱਕ ਦਾ ਚੱਲਿਆ। ਵੇਖੋ ਸਿੱਖਾਂ ਨੇ ਕਮਾਲ ਕੀਤੀ ਆ। ਇਹ ਵਰਦੀਆਂ ਗੋਲੀਆਂ ਤੋਂ ਵੀ ਨਹੀਂ ਡਰਦੇ, ਇਹ ਤੋਪਾਂ ਦੀ ਸੱਚ ਇਹ ਵੀ ਉਤੋਂ ਵੀ ਨਹੀਂ ਡਰਦੇ, ਗੋਲਿਆਂ ਤੋਂ, ਇਹ ਜੇਲ੍ਹਾਂ ਤੋਂ ਨਹੀਂ ਡਰਦੇ ਤੇ ਨਾ ਇਹਨਾਂ ਦੀਆਂ ਡਾਂਗਾਂ ਤੋਂ ਡਰਦੇ ਆ। ਸਿੱਖਾਂ ਨੇ ਹੁਣ ਇਹ ਕਿਹਾ ਕਿ ਤੁਸੀਂ ਬਰਾਤੀ ਬਣ ਕੇ ਉੱਥੇ ਪਹੁੰਚੋ। ਇਹ ਸੱਚ ਹੈ, ਤੁਸੀਂ ਲਿਖਤਾਂ ਪੜ੍ਹਿਓ। ਇੱਕ ਬੱਚੇ ਨੂੰ ਲਾੜਾ ਬਣਾਇਆ ਗਿਆ ਤੇ ਪਿੱਛੇ ਬਰਾਤੀ ਬਣ ਕੇ ਇੰਨੀ ਸਖਤਾਈ 'ਚ ਵੀ 10 ਤੋਂ 12,000 ਦਾ ਕਾਫਲਾ ਦਿੱਲੀ ਦੇ ਗੁਰਦੁਆਰੇ ਪਹੁੰਚ ਗਿਆ ਸੀ। ਕਿੰਨੀ ਬਹਾਦਰੀ ਦੀ ਗੱਲ ਸੀ ਨਾ ਕਿ ਇੱਕ ਪਾਸੇ ਸਾਨੂੰ ਕੋਈ ਉਮੀਦ ਨਹੀਂ, ਪਰ ਇਹਨਾਂ ਨੇ ਫਿਰ ਉੱਥੇ ਜਿਹੜਾ ਤੁਹਾਨੂੰ ਬੇਨਤੀ ਕੀਤੀ ਕਿ ਬਹੁਤ ਲਾਠੀ ਚਾਰਜ ਕੀਤਾ, ਸਪੀਕਰ ਤੋੜੇ ਗਏ, ਬੜੇ ਸਿੰਘ ਇੱਥੇ ਸਾਡੇ ਫਿਰ ਜਿਹੜੇ ਅਸੀਂ ਸ਼ਹੀਦ ਕਹਿੰਦੇ ਆ ਉਹ ਇੱਥੇ ਮਾਰੇ ਗਏ।
ਇੱਥੇ ਤਿੰਨ ਘਟਨਾਵਾਂ ਸਾਡੇ ਵਿਦਵਾਨਾਂ ਨੇ ਸਾਹਮੀਆਂ ਨੇ ਜਿਹੜੀਆਂ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੰਦੀਆਂ ਨੇ। ਕਿਉਂਕਿ ਜਦੋਂ ਸਖਤਾਈ ਕੀਤੀ ਗਈ ਇਹਨਾਂ ਦਿੱਲੀ ਦੀ ਗਲੀਆਂ ਵਿੱਚ, ਤੇ ਕਹਿੰਦੇ ਇੱਕ ਸਾਡਾ ਸਿੱਖ ਭਰਾ ਰਕਸ਼ਾ ਚਲਾਉਂਦਾ ਸੀ, ਗਰੀਬ ਸੀ ਤੇ ਗੁਰਸਿੱਖ ਸੀ, ਸਿਰ ਤੇ ਦਸਤਾਰ ਬੰਨੀ, ਤੇ ਜਿਹੜੇ ਇਹਨਾਂ ਦੇ ਉਸ ਸਮੇਂ ਕਹਿ ਲਓ ਕਿ ਗੁੰਡੇ ਜਿਹੜੇ ਆ ਸਿੱਖਾਂ ਨੂੰ ਵੇਖ ਕੇ ਨਹੀਂ ਸਿਖਾਉਂਦੇ, ਇਹਨਾਂ ਨੇ ਉਹ ਵਿਚਾਰਾ ਗਰੀਬ ਬੰਦਾ ਨਾ ਸਵਾਰੀ ਲੱਭੇ ਕੋਈ, ਕਿਉਂਕਿ ਸਖਤਾਈ ਬੜੀ, ਲੋਕੀ ਘਰਾਂ ਚੋਂ ਬਾਹਰ ਨਹੀਂ ਆ ਰਹੇ, ਉਹ ਕਿਤੇ ਸਵਾਰੀ ਲੱਭਦਾ ਲੱਭਦਾ ਇੱਧਰ ਗੁਰਦੁਆਰਾ ਸੀਸਗੰਜ ਦੇ ਨੇੜੇ ਤੇੜੇ ਆਇਆ। ਪੁਲਿਸ ਵਾਲਿਆਂ ਨੇ ਇਹਨੂੰ ਥੱਲੇ ਲਾ ਕੇ ਬੜਾ ਮਾਰਿਆ, ਮਾਰ ਕੇ ਅੱਧ ਮੋਇਆ ਕਰਤਾ। ਕਹਿਣ ਲੱਗਾ ਮੇਰੀ ਗੱਲ ਸੁਣੋ, ਮੈਂ ਕੋਈ ਮੂਵਮੈਂਟ ਦਾ ਹਿੱਸਾ ਨਹੀਂ, ਮੈਨੂੰ ਤੇ ਇੱਥੇ 10 ਸਾਲ ਹੋ ਚਲੇ ਰਕਸ਼ਾ ਚਲਾਉਂਦੇ ਨੂੰ, ਤੇ ਮੈਂ ਤੇ ਸਵਾਰੀਆਂ ਲੱਭਦਾ, ਆਪਣੇ ਢਿੱਡ ਦੀ ਰੋਟੀ ਖਾਤਰ ਭਟਕਦਾ ਪਿਆ, ਤੇ ਤੁਸੀਂ ਮੈਨੂੰ ਮਾਰ ਦਿਓ। ਇਹਨਾਂ ਇੱਕ ਨਾ ਸੁਣੀ, ਜ਼ਾਲਮਾਨਾ ਹਮਲਾ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਤਾ ਗਰੀਬ ਸਿੱਖ ਨੂੰ। ਦੂਜੀ ਘਟਨਾ ਇਹ ਹੋਈ, ਕਹਿੰਦੇ ਇੱਕ ਮੌਲਵੀ ਜਿਹੜਾ ਨਾ ਉਹ ਕਿਸੇ ਦੁਕਾਨ ਤੇ ਕੋਈ ਸਮਾਨ ਖਰੀਦਣ ਗਿਆ। ਅਕਸਰ ਬਹੁਤੇ ਜਿਹੜੇ ਮੁਸਲਮਾਨ ਨੇ ਉਹ ਆਪਣੇ ਤਰੀਕੇ ਨਾਲ ਸਿਰ ਤੇ ਪੱਗਾਂ ਬੰਨ੍ਹਦੇ ਆ। ਵੇਖੋ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਵੀ ਸਰਕਾਰਾਂ ਸਾਡੇ ਤੇ ਅਟੈਕ ਕਰਦੀਆਂ ਨੇ, ਇਹ ਨਹੀਂ ਵੇਖਦੀਆਂ ਕਿਹੜੇ ਜਥੇਬੰਦੀ ਦਾ ਹੈ, ਕਿ ਸੰਤਾਂ ਨਾਲ ਜੁੜਿਆ, ਟਕਸਾਲੀਆਂ ਨਾਲ ਜੁੜਿਆ, ਮਿਸ਼ਰੀਆਂ ਨਾਲ ਜੁੜਿਆ, ਦੁੱਧੜੇ ਵਾਰਿਆਂ ਨਾਲ ਜੁੜਿਆ, ਕਿ ਜਾਂ ਕਿਸੇ ਨਾਨਕ ਧਰੀ ਜਿਹੜੇ ਨਾਨਕ ਸਰੀਏ ਨਾਲ ਜੁੜਿਆ। ਉਹਨਾਂ ਨੇ ਤੁਹਾਡੀਆਂ ਦਾੜੀਆਂ ਤੇ ਤੁਹਾਡੀਆਂ ਪੱਗਾਂ ਵੇਖਣੀਆਂ ਤੇ ਤੁਹਾਡੇ ਤੇ ਅਤਿਆਚਾਰ ਸ਼ੁਰੂ ਕਰਦੇ ਨੇ। ਮੁਸਲਮਾਨ ਮੌਲਵੀ ਨੂੰ ਫੜ ਕੇ ਇਹਨਾਂ ਨੇ ਬੜਾ ਮਾਰਿਆ, ਉਹਨੇ ਤਰਲੇ ਪਾਏ ਕਿ ਮੇਰੀ ਗੱਲ ਸੁਣੋ, ਮੈਂ ਸਿੱਖ ਹੀ ਨਹੀਂ ਹੈਗਾ, ਮੈਂ ਤੇ ਮੁਸਲਮਾਨ ਆ, ਤੇ ਤੁਸੀਂ ਮੇਰੇ ਨਾਲ ਇਹ ਸਲੂਕੀ ਕਿਉਂ ਕਰਦੇ ਪਿਓ। ਉਹਨੂੰ ਮਾਰ ਕੇ ਇਹਨਾਂ ਨੇ ਜੇਲ੍ਹ 'ਚ ਸੁੱਟਿਆ, ਉਹ ਵੀ ਅੱਧ ਮੁਇਆ ਹੋ ਕੇ ਤੇ ਆਪਣੀ ਜਾਨ ਗਵਾਉਂਦਾ। ਤੀਜੀ ਘਟਨਾ ਇੱਕ ਪ੍ਰੋਫੈਸਰ ਗੁਰਸਿੱਖ ਨਾਲ ਹੋਈ, ਉਹ ਇਹਨਾਂ ਦੇ ਹੱਥੀ ਚੜਿਆ, ਇਹਨਾਂ ਨੇ ਉਹਨੂੰ ਬੜੀਆਂ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਉਹਦੀ ਪੱਗ ਰੋਲੀ, ਦਸਤਾਰ ਉਹਦੀ ਖਿਲਾਰ ਕੇ, ਕੇਸਾਂ ਦੀ ਬੇਅਦਬੀ। ਤੇ ਉਹ ਇੱਕ ਗੱਲ ਕਵੇ, ਕਹਿੰਦਾ ਤੁਹਾਡੇ ਵਿੱਚੋਂ ਕਈਆਂ ਦੇ ਬੱਚੇ ਮੇਰੇ ਕੋਲ ਪੜ੍ਹਦੇ ਆ, ਤੇ ਮੈਂ ਦਿੱਲੀ ਵਿੱਚ ਪ੍ਰੋਫੈਸਰ ਆ ਬੜਾ ਪੁਰਾਣਾ, ਮੈਂ ਇਹੋ ਜਿਹੀ ਕਿਹੜੀ ਗਲਤੀ ਕਰਤੀ। ਕਹਿੰਦੇ ਤੇਰੀ ਇੱਕੋ ਹੀ ਗਲਤੀ ਹੈ, ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੇਰੇ ਸਿਰ ਤੇ ਪੱਗ ਏ, ਤੇ ਜਿਹੜਾ ਸਾਨੂੰ ਪੱਗ ਵਾਲਾ ਮਿਲੇਗਾ ਅਸੀਂ ਉਹਨੂੰ ਮਾਰਨਾ। ਇਹ ਤਿੰਨ ਘਟਨਾਵਾਂ ਅਹਿਮ ਨੇ, ਬਾਕੀ ਕੀ ਕੁਝ ਹੋਇਆ ਉਹ ਲਿਖਤ 'ਚ ਕਈ ਵਾਰੀ ਨਹੀਂ ਆਉਂਦਾ। ਇੱਥੇ ਫਿਰ ਸੰਗਤ ਜੀ ਲਾਲ ਬਹਾਦਰ ਸ਼ਾਸਤਰੀ ਜਿਹੜਾ ਸੀ ਨਾ ਉਹ ਮਰ ਜਾਂਦਾ, ਉਹਦੀ ਜਗ੍ਹਾ ਤੇ ਹਿੰਦੁਸਤਾਨ ਦੇ ਉੱਤੇ PM ਜੋ ਹੈ ਇੰਦਰਾ ਗਾਂਧੀ ਬਣਦੀ ਆ। ਇਹਨੇ ਫਿਰ ਸਿੱਖਾਂ ਨਾਲ ਥੋੜਾ ਜਿਹਾ ਸਮਝੌਤਾ ਕਰ ਲਿਆ, ਕਹਿੰਦੀ ਤੁਸੀਂ ਮੇਰੇ ਨਾਲ ਬਹਿ ਕੇ ਗੱਲ ਕਰੋ, ਆ ਜੇਲਾਂ ਕੱਟਣੀਆਂ, ਕਿੰਨੇ ਕੁ ਤੁਸੀਂ ਆਪਣੀਆਂ ਜਾਨਾਂ ਤੋਂ ਵਾਰਨਾ। ਫਿਰ ਇੱਥੇ ਕਿਹਾ ਜਾਂਦਾ ਇਹਨੇ ਸਮਝੌਤਾ ਕੀ ਕੀਤਾ, ਲੰਗੜਾ ਪੰਜਾਬ ਸਾਨੂੰ ਦਿੱਤਾ, ਬੜੇ ਇਲਾਕੇ ਇਹਨੇ ਹਿਮਾਚਲ ਨੂੰ ਦੇ ਦਿੱਤੇ ਤੇ ਹਰਿਆਣੇ ਨੂੰ ਪੰਜਾਬੀ ਬੋਲਦੇ ਦੇ ਦਿੱਤੇ, ਚੰਡੀਗੜ੍ਹ ਸਾਨੂੰ ਨਹੀਂ ਦਿੱਤਾ, ਹਰਿਆਣੇ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਇਹਨੇ ਚੰਡੀਗੜ੍ਹ ਬਣਾਈ। ਅੱਜ ਤੱਕ ਚੰਡੀਗੜ੍ਹ ਦਾ ਰੌਲਾ ਪੈ ਰਿਹਾ। ਇਹਨੇ ਇੱਧਰੋਂ ਅਬੋਹਰ ਦੇ ਇਲਾਕੇ ਜਿਹੜੇ ਇੱਧਰ ਅੰਬਾਲੇ ਦੇ ਸਾਰੇ ਸਾਡੇ ਤੋਂ ਖੋਏ, ਬੜੇ ਇਲਾਕੇ ਖੋਣ ਤੋਂ ਬਾਅਦ ਜਿਹੜਾ ਸਾਨੂੰ ਪੰਜਾਬ ਦਿੱਤਾ, ਉਹ ਜਿਹੜਾ 5 ਦਰਿਆਵਾਂ ਦਾ ਸੀ, 2.5 ਜਿਹੜੇ ਦਰਿਆ ਨਹੀਂ ਅਜੇ ਪੰਜਾਬ ਤੋਂ ਲੰਘਦੇ। ਇਹੀ ਗੱਲ ਇੱਕ ਖਿੰਨ ਮੈਂ ਰੁਕ ਕੇ ਤੁਹਾਨੂੰ ਦੱਸ ਦਿੰਦਾ। ਜਦੋਂ ਇਹ 84 ਦਾ ਕਾਂਡ ਵਾਪਰਿਆ ਸੀ, ਤੇ ਉਸ ਸਮੇਂ ਕਹਿੰਦੇ ਆ ਕਿ ਮੁੰਬਈ ਤੋਂ ਪੈਦਲ ਚੱਲ ਕੇ ਸੁਨੀਲ ਦੱਤ, ਸੰਜੇ ਦੱਤ ਦਾ ਪਿਓ, ਆਪਣੀ ਧੀ ਦੇ ਨਾਲ ਦਰਬਾਰ ਸਾਹਿਬ ਆਇਆ ਸੀ। ਕਿੱਥੇ ਬੰਬੇ ਆ ਤੇ ਕਿੱਥੇ ਅੰਮ੍ਰਿਤਸਰ, ਪੈਦਲ ਚੱਲ ਕੇ ਆਇਆ ਸੀ ਉਹ ਬੰਦਾ। ਤੇ ਉਹਨੂੰ ਇਹ ਗੱਲ ਕਹੀ ਸੀ ਕਿ ਤੂੰ ਜਾਈ ਨਾ, ਤੈਨੂੰ ਇਹਨਾਂ ਨੇ ਬਖਸ਼ਣਾ ਨਹੀਂ। ਇਹ ਬਹੁਤ ਜਿਹੜੀ ਕੌਮ ਜਿਹੜੀ ਆ, ਜਿਵੇਂ ਜੋ ਸਾਡੇ ਲਈ ਪ੍ਰਚਾਰਿਆ ਗਾ, ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਜਾਵਾਂਗਾ, ਕੀ ਹੋਏਗਾ, ਮੈਨੂੰ ਮਾਰ ਹੀ ਦੇਣਗੇ। ਉਹ ਬੰਦਾ ਆਪਣੀ ਲਿਖਤ 'ਚ ਲਿਖਦਾ ਕਿ ਜਦੋਂ ਮੈਂ ਦਰਬਾਰ ਸਾਹਿਬ ਦੀ ਡਿਊਟੀ 'ਚ ਪਹੁੰਚਿਆ ਤੇ ਮੈਨੂੰ ਜਿਹੜੀ ਸਲਾਮੀ ਦੇ ਕੇ ਨਾ ਤਲਵਾਰਾਂ ਦੀ, ਕਿਰਪਾਨਾਂ ਦੀ, ਤੇ ਫਿਰ ਉਹ ਹਰਿਮੰਦਰ ਸਾਹਿਬ ਲੈ ਕੇ ਗਏ ਮੈਨੂੰ। ਤੇ ਕਹਿੰਦੇ ਕਿਤੇ ਲੱਗਾ ਹੀ ਨਹੀਂ ਇਹ ਸਾਡੇ ਤੋਂ ਬਾਹਰ ਹੀ ਨੇ, ਜਾਂ ਪੰਜਾਬ ਦੇ ਸਿੱਖ ਸਾਡੇ ਲਈ ਖਤਰਨਾਕ। ਉਹ ਬੰਦੇ ਨੇ ਇੰਨੀ ਗੱਲ ਕਹੀ ਸੀ ਆਪਣੀ ਲਿਖਤ 'ਚ ਕਿ ਤੁਸੀਂ ਪੰਜਾਬ ਦਾ ਨਾਮ ਬਦਲ ਕੇ ਖਾਲਿਸਤਾਨ ਕਿਉਂ ਨਹੀਂ ਰੱਖ ਦਿੰਦੇ, ਤੁਹਾਡਾ ਕੀ ਜਾਂਦਾ। ਇਹ ਉਹਦੀ ਲਿਖਤ ਹੈ ਸੁਨੀਲ ਦੱਤ ਦੀ ਕਿ ਤੁਹਾਡਾ ਕੀ ਜਾਂਦਾ। ਪਰ ਕਹਿੰਦਾ ਮੇਰੀ ਇੰਦਰਾ ਨੇ ਇੱਕ ਨਾ ਮੰਨੀ, ਕਿਉਂਕਿ ਉਹਨੂੰ ਆਪਣੀ ਈਗੋ ਪਿਆਰੀ ਸੀ, ਉਹਨੂੰ ਪਤਾ ਮੈਂ ਹਕੂਮਤ ਦੀ ਵੱਡੀ ਕੁਰਸੀ ਤੇ ਬੈਠੀ ਆ। ਉਹ ਇਹ ਗੱਲ ਕਹਿੰਦਾ ਸੀ ਕਿ 2.5 ਮੁੱਠ ਨੇ ਕਿੰਨਾ ਕੁ ਪੰਜਾਬ ਰਹਿ ਗਿਆ, ਤੇ ਤੁਸੀਂ ਪੰਜਾਬ ਦਾ ਨਾਂ ਬਦਲ ਕੇ ਖਾਲਿਸਤਾਨ ਰੱਖ ਦੋ ਵੀ ਖੁਸ਼। ਪਰ ਕਹਿੰਦੇ ਸਿਆਸਤ ਨਹੀਂ ਨਾ, ਫਿਰ ਸਿਆਸਤ ਬੰਦ ਹੋ ਜਾਂਦੀ ਸੀ। ਸੋ ਖੈਰ ਇੱਕ ਹੋਰ ਜਿਹੜੀ ਬੇਨਤੀ ਕਰਨੀ, ਇਹ ਸੱਚ ਹੈ ਅੱਜ ਵੀ। ਦੇਖੋ ਸਾਡੇ ਲਈ ਸਾਰੇ ਚੰਗੇ,
ਕਿਸਾਨੀ ਜਦੋਂ ਪਿੱਛੇ ਜੀ ਅੰਦੋਲਨ ਹੋਇਆ, ਕਿੰਨੇ ਕੁ ਹਿੰਦੂ ਜਿਹੜੇ ਈਸਾਈ ਜਿਹੜੇ ਤੁਹਾਡੇ ਨਾਲ ਟਰਾਲੀਆਂ ਤੇ ਚੜ ਕੇ ਤੇ ਦਿੱਲੀ ਦੇ ਮੋਰਚੇ ਤੇ ਗਏ। ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਾਂਝੇ, ਜਦੋਂ ਵਿਅਕਤੀਆਂ ਹੁੰਦੀਆਂ ਕਿੰਨੇ ਕੁ ਹਿੰਦੂ ਵਾ ਤੁਹਾਡੇ ਨਾਲ ਮੋਢਾ ਖੜ ਕੇ ਸੜਕਾਂ ਤੇ ਆਉਂਦੇ ਆ ਕਿ ਸਾਡੇ ਗੁਰੂ ਨੇ। ਅਸੀਂ ਕਹਿੰਦੇ ਆ ਨਾ ਸਾਡਾ ਗੁਰੂ ਸਾਰਿਆਂ ਦਾ ਸਾਂਝਾ। ਹੁਣ ਇਹ ਗੱਲ ਦਾ ਇਹ ਲਿਖਤਾਂ ਨੇ 1937 ਦੇ ਵਿੱਚ ਰਾਵਲਪਿੰਡੀ 'ਚ ਆਰੀਆ ਸਮਾਜ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਕਿ ਆਪਣੇ ਘਰਾਂ ਵਿੱਚੋਂ ਹਿੰਦੂ ਸਮਾਜ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਗੁਟਕੇ ਬਾਹਰ ਸੁੱਟੇ। ਇਹ ਲਿਖਤਾਂ ਨੇ। ਕਿਉਂ ਸੁੱਟੇ? ਕਿ ਜਦੋਂ ਤੱਕ ਤੁਸੀਂ ਪੰਜਾਬੀ ਵਿੱਚ ਸੁਖਮਨੀ ਤੇ ਜਪਜੀ ਪੜੋਗੇ, ਤੁਹਾਡੇ ਬੱਚੇ ਪੰਜਾਬੀ ਬੋਲਣਗੇ ਤੇ ਤੁਸੀਂ ਪੰਜਾਬੀ ਨੂੰ ਬੜਾਵਾ ਦਿਓਗੇ ਤੇ ਅਸੀਂ ਹਿੰਦੂ ਤੇ ਹਿੰਦੀ ਤੱਕ ਕਿਵੇਂ ਇੱਥੇ ਲੈ ਕੇ ਆਵਾਂਗੇ। ਇਹ ਉਸ ਦਿਨ ਤੋਂ ਬਾਅਦ ਬੜੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਪੰਜਾਬੀ ਦੇ ਇਹ ਜਿਹੜੀਆਂ ਕਹਿ ਲਓ ਪੋਥੀਆਂ ਗੁਰਬਾਣੀ ਦੀਆਂ ਜਿਹੜੀਆਂ ਬਾਹਰ ਕੱਢੀਆਂ। ਫਿਰ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲੀ ਸੀ, ਉਦੋਂ ਕਿਹਾ ਪੰਜਾਬ 'ਚ ਵੱਸਦੇ ਲੋਕ ਵੋਟਿੰਗ ਕਰਨ ਕਿ ਤੁਸੀਂ ਕਿਹਨੂੰ ਫੋਲੋ ਕਰਨਾ ਚਾਹੁੰਦੇ ਹੋ। ਜਿੰਨੇ ਹਿੰਦੂ ਸਨ ਸਾਰਿਆਂ ਨੇ ਆਪਣਾ ਮੀਡੀਅਮ ਹਿੰਦੀ ਲਿਖਿਆ ਸੀ, ਇੱਥੋਂ ਤੱਕ ਕਿ ਨੌਕਰੀਆਂ ਪੰਜਾਬੀ ਬੋਲ ਕੇ ਕਰਦੇ, ਖਾਂਦੇ ਪੰਜਾਬੀ ਬੋਲ ਕੇ, ਹਰ ਇੱਕ ਕਰਮ ਪੰਜਾਬੀ ਬੋਲ ਕੇ ਕਰਦੇ। ਮਾਫ ਕਰਿਓ, ਅੱਜ ਵੀ ਤੁਸੀਂ ਵੋਟਿੰਗ ਕਰਾ ਕੇ ਵੇਖ ਲਓ, ਸਾਡੇ ਆਪਣੇ ਸਰਦਾਰ ਸਿਰਾਂ ਤੇ ਕਹਿ ਲਓ ਕਿ ਸਿਰ ਫਸਾਏ ਤੇ ਹਿੰਦੀ ਬੋਲਦੇ ਤੇ ਪੰਜਾਬੀ ਨੂੰ ਅਨਪੜ੍ਹ ਭਾਸ਼ਾ ਕਹਿੰਦੇ। ਬਹੁਤ ਤੁਹਾਨੂੰ ਰੋਜ਼ ਜ਼ਿੰਦਗੀ 'ਚ ਕਈ ਮਿਲਦੇ ਹੋਣਗੇ। ਇੱਦਾਂ ਇਹ ਨਹੀਂ ਹੋਣਾ ਚਾਹੀਦਾ ਸੀ। ਖੈਰ ਫਿਰ ਚਲੋ ਪੰਜਾਬੀ ਸੂਬਾ ਸਿੱਖਾਂ ਨੂੰ ਮਿਲਿਆ। ਸੰਗਤ ਜੀ ਆਪਣਾ ਜਿਹੜਾ ਸੀ ਉਹ ਦੌਰ ਅੱਗੇ ਚੱਲਿਆ। 1977 ਦੇ ਆਪਾਂ ਨੇੜੇ ਆਈਏ, ਇਹ 66 'ਚ ਕੰਪਲੀਟ ਹੋ ਗਿਆ ਸੀ ਪੰਜਾਬੀ ਮੋਰਚੇ ਦੀ ਗੱਲ। 1977 ਦੇ ਵਿੱਚ ਜਿਹੜਾ ਹੁਣ ਅਸੀਂ ਦਮਦਮੀ ਟਕਸਾਲ ਦਾ ਰੋਲ ਅੱਗੇ ਲੈ ਕੇ ਤੁਰਨਾ ਹੈ, ਇਹਦੇ ਵਿੱਚ ਜਿੱਥੇ ਕਾਂਗਰਸ ਦਾ ਬੜਾ ਵੱਡਾ ਰੋਲ ਹੈ, ਉੱਥੇ ਬੀਜੇਪੀ ਦਾ ਬੜਾ ਵੱਡਾ ਰੋਲ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਰੋਲ ਆਣਾ, ਜਿਨ੍ਹਾਂ ਨੇ 77 ਦੇ ਵਿੱਚ ਨਿਰੰਕਾਰੀਆਂ ਦੀ ਸਪੋਰਟ ਦੇ ਨਾਲ, ਇਹ ਨਾ 77 ਤੋਂ ਪਹਿਲਾਂ ਕਾਂਗਰਸ ਦੀ ਸਪੋਰਟ ਕਰਦੇ ਰਹੇ, ਉਹ ਜਿੱਤਦੇ ਆ ਰਹੇ ਸੀ, ਪਰ 77 ਤੋਂ ਬਾਅਦ ਇਹਨਾਂ ਨੇ ਅਕਾਲੀਆਂ ਦੀ ਸਪੋਰਟ ਕੀਤੀ ਤੇ ਅਕਾਲੀਆਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ। ਹੁਣ 77 ਦੇ ਵਿੱਚ ਜਿਹੜੀ ਦਮਦਮੀ ਟਕਸਾਲ ਨੇ, ਇਹਨਾਂ ਦੇ ਜਿਹੜੇ ਮੁਖੀ ਨੇ ਸੰਤ ਗੁਰਬਚਨ ਸਿੰਘ ਜੀ ਤੋਂ ਬਾਅਦ ਸੰਤ ਕਰਤਾਰ ਸਿੰਘ ਬਣਦੇ ਆ। ਸੰਤ ਕਰਤਾਰ ਸਿੰਘ ਜੀ ਦੀ ਕਿਸੇ ਕਾਰਨ ਐਕਸੀਡੈਂਟ 'ਚ ਮੌਤ ਹੁੰਦੀ ਆ ਤੇ 77 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਫਿਰ ਜਿਹੜਾ ਹੈ ਉਹ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਜਾਂਦਾ। ਜਿਹੜੇ ਅਮਰੀਕ ਸਿੰਘ ਜੀ ਨੇ ਉਹ ਇਹਨਾਂ ਦੇ ਸੁਪੁੱਤਰ ਸਨ, ਉਹ ਬਾਅਦ ਵਿੱਚ ਸਟੂਡੈਂਟ ਫਾਊਂਡੇਸ਼ਨ ਜਿਹੜੀ ਬਣਦੀ ਆ ਉਹਨਾਂ ਦੇ ਪ੍ਰਧਾਨ ਬਣਦੇ। ਇੱਥੇ ਬੜਾ ਵੱਡਾ ਇਕੱਠ ਹੋਇਆ, ਜਿਵੇਂ ਅਸੀਂ ਦਸਵੇਂ ਤੇ ਰਿਸ਼ਤੇਦਾਰਾਂ ਨੂੰ ਸੱਦਦੇ ਹਾਂ। ਸੰਤ ਕਰਤਾਰ ਸਿੰਘ ਦੇ ਭੋਗ ਤੇ ਨਾ ਬਾਦਲ ਵੀ ਪਹੁੰਚਿਆ ਤੇ ਚਿੱਟੇ ਦੇਖੋ, ਚਲੋ ਇਹ ਗੱਲ ਕਹਿਣੀ ਪੈਣੀ, ਫਰੀਦਕੋਟ ਦਾ ਪਿੰਡ ਹੈ ਰੋਡਾ। ਜੋਗਿੰਦਰ ਸਿੰਘ ਪਿਤਾ ਨੇ, ਮਾਤਾ ਨਿਹਾਲ ਕੌਰ ਜੀ ਦੀ ਕੁੱਖ ਚੋਂ ਸੰਤ ਜਰਨੈਲ ਸਿੰਘ ਜੀ ਪੈਦਾ ਹੋਏ ਤੇ ਉਹ ਇਹਨਾਂ ਦੀ ਕਰਨੀ, ਇਹਨਾਂ ਦੀ ਬੰਦਗੀ ਤੇ ਇਹਨਾਂ ਦੇ ਨਾਲ ਜੁੜੇ ਹੋਏ ਕਿਸੇ ਉਹ ਅਸੀਂ ਵੱਖਰਾ ਇੱਕ ਜਿਹੜਾ ਟੌਪਿਕ ਬਣਾਵਾਂਗੇ। ਅੱਜ ਕੇਵਲ ਇਹਨਾਂ ਕਿ ਪਹਿਲੀ ਵਾਰੀ ਇਹਨਾਂ ਨੇ ਬੋਲਣਾ ਸੀ ਤੇ ਹਰਪਾਲ ਸਿੰਘ ਪੰਨੂ ਦੀ ਲਿਖਤਾ ਕਹਿੰਦੇ ਕਿ ਅਸੀਂ PhD ਕਰਦੇ ਸੀ ਤੇ ਲੋਕ ਮਖੌਲਾ ਕਰਨ ਕਿ ਜਿਹੜਾ ਬੰਦਾ 5 ਨਹੀਂ ਪੜ੍ਹਿਆ, ਇੰਨੇ ਭਾਰੇ ਇਕੱਠ ਦੇ ਵਿੱਚ ਉਹ ਕੋ ਫਤਿਹ ਨਹੀਂ ਬੁਲਾਈ ਜਾਣੀ ਤੇ ਕਿਵੇਂ ਬੋਲੇਗਾ, ਕਿਵੇਂ ਸੰਬੋਧਨ ਕਰੇਗਾ, ਜਿਹਨੇ ਕਦੇ ਮੈਂ ਅੱਗੇ ਬੋਲਿਆ ਨਾ ਹੋਵੇ। ਸੱਚ ਜਾਣਿਓ, ਇੱਕ ਮੈਂ ਘਟਨਾ ਕਹਿ ਦਿੰਦਾ ਸੰਗਤ ਜੀ। ਸੰਤ ਕਰਤਾਰ ਸਿੰਘ ਜੀ ਸੰਤ ਨੇ, ਜੂਨ ਮਹੀਨੇ ਦੇਖੋ ਕਿੰਨੀ ਗਰਮੀ ਪੈਂਦੀ ਨਾ, ਤੇ ਸੰਤ ਜਰਨੈਲ ਸਿੰਘ ਜੀ ਜੂਨ ਮਹੀਨੇ ਕੋਠੇ ਦੀ ਛੱਤ ਤੇ ਚੜ੍ਹ ਕੇ ਨਾ ਐ ਕੜਕਦੀ ਧੁੱਪੇ 101 ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਕਹਿੰਦੇ ਕਿ ਉਹਨਾਂ ਦੇ ਨਾਲ ਦਿਆਂ ਨੇ ਨਾ ਸੰਤਾਂ ਨੂੰ ਦੱਸਦਾ ਕਿ ਉੱਪਰੋਂ ਧੁੱਪ ਲੂ ਇੰਨੀ ਪੈਂਦੀ, ਪਿੰਡੇ ਤੇ ਇੰਨੀ ਧੁੱਪ ਸਹਾਰਦੇ, ਖਾਂਦੇ ਕੁਝ ਨਹੀਂ ਪੂਰਾ ਦਿਨ ਤੇ ਇੰਨੀ ਬਾਣੀ ਪੜ੍ਹਦੇ, ਪੁੱਛੋ ਕਿਉਂ ਇੰਨਾ ਹੱਠ ਕਰਦੇ ਪਏ। ਤੇ ਜਦੋਂ ਸੰਤਾਂ ਨੇ ਪੁੱਛਿਆ ਤੇ ਕਹਿੰਦੇ ਮਹਾਂਪੁਰਖੋ ਪਤਾ ਨਹੀਂ ਕਦੋਂ ਭੀੜਾਂ ਪੈ ਜਾਣ, ਮੈਂ ਤਿਆਰੀ ਕਰਦਾ ਰਹਿਣਾ। ਤੇ ਸੱਚ ਜਾਣਿਓ, ਅੱਗੋਂ ਬਾਬਾ ਜੀ ਕਹਿੰਦੇ ਫਤਿਹ ਸਿੰਘ ਨੇ ਕਿਹੜੀ ਤਿਆਰੀ ਕੀਤੀ ਸੀ, ਬਾਬਾ ਬੰਦਾ ਸਿੰਘ ਦੇ ਪੁੱਤ ਦੇ ਕਿਹੜੀ ਤਿਆਰੀ ਕੀਤੀ ਸੀ। ਸੰਤ ਜਰਨੈਲ ਸਿੰਘ ਜੀ ਜਦੋਂ ਭੀੜਾਂ ਪੈਣੀਆਂ ਉਦੋਂ ਕਲਗੀਆਂ ਵਾਲਾ ਆਪੇ ਵਰਤ ਜੇਗਾ, ਤੁਸੀਂ ਇੰਨੀ ਜਿਹੜੀ ਆ ਉਹ ਹੱਠ ਨਾ ਕਰੋ, ਉੱਦਾਂ ਆਰਾਮ ਨਾਲ ਬਾਣੀ ਪੜ੍ਹਿਆ ਕਰੋ। ਸੋ ਇਹ ਉਹਨਾਂ ਦੇ ਬਹੁਤ ਇੱਦਾਂ ਦੇ ਕਿਸੇ ਨੇ ਕਿਤੇ ਆਪ ਇੱਕ ਅੱਧੀ ਜ਼ਰੂਰ ਕਿਤਾਬ ਲੈ ਕੇ ਉਹਨਾਂ ਲਈ ਪੜ੍ਹਿਓ ਜ਼ਰੂਰ ਸੰਗਤ ਜੀ।
ਮਾਫ ਕਰਿਓ, ਸਾਡੇ ਆਪਣੇ ਹੀ ਨਗਰ 'ਚ ਨਾ ਬੜੇ ਅਜੇ ਇਹੋ ਜਿਹੇ ਨੇ ਜਿਹੜੇ ਸੰਤਾਂ ਨੂੰ ਅਜੇ ਵੀ ਅੱਤਵਾਦੀ ਕਹਿੰਦੇ, ਸਰਕਾਰ ਦਾ ਕਰਿੰਦਾ ਕਹਿੰਦੇ। ਤੇ ਮੈਨੂੰ 8 ਸਾਲ ਹੋ ਚੱਲੇ ਡਿਊਟੀ ਕਰਦਾ, ਮੈਂ ਬੜੀ ਵਾਰੀ ਕਿਹਾ ਕਿ ਕਿਸੇ ਨੂੰ ਮਾੜਾ ਬੋਲਣ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਬਾਰੇ ਪੜ੍ਹੋ। ਹੁਣ ਤਾਂ ਹਿੰਦੂ ਜਿਹੜੇ ਉਹਨਾਂ ਦੇ ਆਫਿਸਰ ਨੇ ਜਾਂ ਜਿਹੜੇ ਮੰਤਰੀ ਨੇ ਉਹ ਵੀ ਕਹਿੰਦੇ ਅਸੀਂ ਜਦੋਂ ਤੱਕ ਸੰਤਾਂ ਨੂੰ ਮਿਲੇ ਸਾਨੂੰ ਤੇ ਉਹ ਅੱਤਵਾਦੀ ਲੱਗੇ ਹੀ ਨਾ, ਸਾਨੂੰ ਤਾਂ ਹਿੰਦੂਆਂ ਨੂੰ ਵੀ ਪਿਆਰ ਕਰਨ ਵਾਲੇ ਲੱਗੇ, ਮੰਦਰਾਂ ਨੂੰ ਪਿਆਰ ਕਰਨ ਵਾਲੇ ਲੱਗੇ ਤੇ ਸਿੱਖਾਂ ਨੂੰ ਵੀ ਪਿਆਰ ਕਰਨ ਵਾਲੇ ਲੱਗੇ। ਪਰ ਜੋ ਸੁਣੀਆਂ ਸੁਣਾਈਆਂ ਉਸ ਅਸੀਂ ਸੁਣ ਕੇ ਤੇ ਅੱਗੇ ਤੋਂ ਅੱਗੇ ਵਧਾਈ ਜਾਂਦੇ ਹਾਂ। ਖੈਰ ਫਿਰ ਮੁੜ ਗਏ ਆਪਾਂ। ਕਹਿੰਦੇ ਕਿ ਬਾਦਲ ਨੇ 2 ਮਿੰਟ ਦਾ ਸਪੀਚ ਦਿੱਤੀ ਕਿ ਦਮਦਮੀ ਟਕਸਾਲ ਨੂੰ ਜੇ ਕੁਝ ਚਾਹੀਦਾ ਹੋਵੇ ਤੇ ਸਰਕਾਰ ਇਹਨਾਂ ਦੇ ਨਾਲ ਹੈ, ਸਰਕਾਰ ਇਹਨਾਂ ਨੂੰ ਬਣਦੇ ਹੱਕ ਜੋ ਵੀ, ਜੇ ਸੰਤ ਕਰਤਾਰ ਸਿੰਘ ਦੇ ਨਾਂ ਤੇ ਕੋਈ ਸਕੂਲ ਕੋਈ ਵਿਦਿਆਲਾ ਕੁਝ ਖੋਲ੍ਹਣਾ ਹੋਵੇ ਤੇ ਸਰਕਾਰ ਨੂੰ ਦੱਸਿਆ ਜਾਏ। ਤੇ ਇਹਨਾਂ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਸਪੀਚ ਸੀ ਤੇ ਹਰਪਾਲ ਸਿੰਘ ਪੰਨੂ ਲਿਖਦੇ ਨੇ ਕਿ ਜਿੰਨੇ ਵੀ ਉੱਥੇ ਪਹੁੰਚੇ ਸੀ ਨਾ ਉਹ ਪਹੁੰਚੇ ਹੀ ਇਸ ਕਰਕੇ ਸੀ ਕਿ ਜਿਹੜਾ ਇਹਨਾਂ ਨੇ ਨੌਜਵਾਨ ਬੱਚਾ ਮੁਖੀ ਬਣਾਤਾ। ਵੇਖੀਏ ਤੇ ਸੀ ਇੱਕ ਪਾਸੇ ਹਕੂਮਤ ਦਾ ਬਾਦਲ ਬੈਠਾ ਹੋਵੇ ਕੀ ਬੋਲਦਾ, ਕਿ ਇਹਦੇ ਗੋਡੇ ਕੰਮਦੇ, ਇਹਦੀ ਜ਼ੁਬਾਨ ਥਥਲਾਂਦੀ ਆ। ਕਹਿੰਦੇ ਸੁਣ ਕੇ ਸਾਰੇ ਹੈਰਾਨ ਰਹਿ ਗਏ। ਜਦੋਂ ਸੰਤਾਂ ਨੇ ਫਤਿਹ ਬੁਲਾ ਕੇ ਸਪੀਚ ਦੇਣੀ ਕੀਤੀ ਤੇ ਮੂੰਹ ਜ਼ਬਾਨੀ 200 ਨਾਮ ਬੋਲ ਗਏ ਸੀ ਜਿਹੜੇ ਅੱਗੇ ਆਗੂ ਬੈਠੇ ਸੀ ਨਾ। ਕਹਿੰਦੇ ਪਤਾ ਨਹੀਂ ਲੱਗਦਾ ਸੀ ਕਿ ਕਿਹੜੀ ਉਹਨਾਂ ਨੇ ਹੱਥ 'ਚ ਚਿੱਠੀ ਫੜੀ, ਕੁਝ ਵੀ ਨਹੀਂ ਫੜਿਆ ਤੇ ਸਭ ਕੁਝ ਬੋਲਣ ਤੋਂ ਬਾਅਦ ਇੱਕੋ ਗੱਲ ਕਹੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਸਰਕਾਰ ਨੂੰ ਜੇ ਕੁਝ ਚਾਹੀਦਾ ਹੋਵੇ ਇਹ ਟਕਸਾਲ ਗੁਰੂ ਗੋਬਿੰਦ ਸਿੰਘ ਨੇ ਸਾਜੀ ਆ, ਦੀਪ ਸਿੰਘ ਮੋਢੀ ਨੇ, ਇਹ ਟਕਸਾਲ ਸਰਕਾਰ ਨੂੰ ਜੋ ਮੰਗੂਗੀ ਉਹ ਦੇਾਂਗੇ। ਤੇ ਕਹਿੰਦੇ ਜਕਾਰਿਆਂ ਦੀ ਗੂੰਜ ਇੰਨੀ ਵੱਡੀ ਸੀ ਕਿ ਬੱਦਲ ਵੀ ਜਿਹੜੇ ਸੀ ਉਹ ਗਰਜਣ ਲੱਗ ਪਏ ਸੀ। ਇਹ ਇੱਕ ਨਿੱਕੀ ਜਿਹੀ ਘਟਨਾ ਉਹਨਾਂ ਦੇ ਜੀਵਨ ਚੋਂ ਕਹੀ ਆ। 77 ਦੇ ਵਿੱਚ ਇਹ ਮੁਖੀ ਬਣਦੇ ਆ ਤੇ 77 ਦੇ ਵਿੱਚ ਹੀ ਅਕਾਲੀਆਂ ਦੀ ਸਰਕਾਰ ਹੋਣ ਚ ਆਈ। ਹੁਣ ਜਿਹੜੇ ਨਿਰੰਕਾਰੀ ਨੇ ਉਹਨਾਂ ਬਾਰੇ ਆਪਾਂ ਥੋੜਾ ਜਿਹਾ ਚਾਨਣਾ ਪਾ ਕੇ 78 ਦੇ ਕਾਂਡ ਤੇ ਪਹੁੰਚਣਾ, ਕਿਉਂਕਿ 78 ਦਾ ਇਹ ਮੋਢ ਹੈ 84 ਦਾ, ਜਦੋਂ ਪੰਜਾਬ 'ਚ ਬੜਾ ਫਿਰ ਗਰਮਾ ਗਰਮੀ ਚੱਲਦੀ ਆ। ਪੰਜਾਬ ਦੇ ਬੱਚਿਆਂ ਨੂੰ ਫਿਰ ਨਕਲੀ ਜਿਹੜਾ ਉਹ ਕਹਿ ਲਓ ਐਨਕਾਊਂਟਰ ਉਹਨਾਂ ਦੇ ਕੀਤੇ ਜਾਂਦੇ ਆ। ਇੱਕ ਹੋਰ ਵੱਡੀ ਗੱਲ ਸੁਣੋ, ਅੱਜ ਕੱਲ੍ਹ ਤਾਂ ਫਿਲਮਾਂ ਵੀ ਬਣੀਆਂ ਸਰਦਾਰ ਬਣਾ ਕੇ ਇਹਨਾਂ ਨੇ ਜਿਹੜੇ ਖਾਸ ਕਰਕੇ ਸਰਕਾਰੀ ਲੋਕ ਹੁੰਦੇ। ਵੇਖੋ ਇੱਕ ਗੱਲ ਧਿਆਨ ਰੱਖਣੀ, ਜਿੰਨੀ ਕਥਾ ਸੁਣੀਏ ਪੂਰੀ ਕੌਮ ਨੂੰ ਕਦੇ ਮਾੜਾ ਨਹੀਂ ਕਹਿਣਾ। ਜੇ ਅਸੀਂ ਕਹੀਏ ਜੀ ਸਾਰੇ ਹਿੰਦੂ ਮਾਰੇ, ਸਾਰੇ ਮੁਸਲਮਾਨ, ਸਾਰੇ ਸਿੱਖ, ਨਹੀਂ, ਸਾਰੀ ਕੌਮ ਕਦੇ ਮਾੜੀ ਨਹੀਂ ਹੁੰਦੀ। ਪਰ ਜਿਨ੍ਹਾਂ ਨੇ ਉਸ ਸਮੇਂ ਆਪਣੇ ਇਤਿਹਾਸ 'ਚ ਨਾਮ ਕਲੰਕਿਤ ਕੀਤੇ ਉਹਨਾਂ ਦੇ ਉਹ ਫਿਰ ਅੱਗੇ ਸਿਲਸਿਲਾ ਚੱਲਦਾ। ਹੁਣ ਇੱਥੇ ਕੀ ਹੋਇਆ ਕਿ ਜਿਹੜਾ ਇਹ ਨਿਰੰਕਾਰੀ ਸੀ ਨਾ 1851 ਵਿੱਚ ਇਹਨਾਂ ਦਾ ਸਭ ਤੋਂ ਵੱਡਾ ਬਾਬਾ ਦਿਆਲਾ ਜੀ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਲਾਗੇ ਕੋਈ ਨਿਰੰਕਾਰੀ ਬੈਠੇ ਨਾ ਕਿ ਤੁਸੀਂ ਇਹ ਗੱਲ ਦਾ ਜਵਾਬ ਦੇ ਸਕਦੇ ਹੋ। ਪੁੱਛੋ ਉਹਨਾਂ ਨੂੰ ਕਿ ਇਹ ਨਿਰੰਕਾਰੀ ਜਿਹੜੀ ਸੀ ਸੰਸਥਾ ਆਈ ਕਿਉਂ ਹੋਂਦ ਵਿੱਚ। ਤੁਹਾਨੂੰ ਪਤਾ ਇਹ ਸਿੱਖੀ ਦੇ ਪ੍ਰਚਾਰ ਲਈ ਆਈ ਸੀ। ਇਹ ਵੀ ਸਿੱਖੀ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਸਨ। ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੜੀਆਂ ਕੁਰੀਤੀਆਂ ਕੌਮ 'ਚ ਆਈਆਂ ਨਾ, ਸਿੱਖਾਂ ਨੇ ਅੱਗ ਦੇ ਨਾਲ ਵਿਆਹ ਕਰਨੇ ਸ਼ੁਰੂ ਕਰਤੇ ਤੇ ਉਸ ਸਮੇਂ 1851 ਵਿੱਚ ਬਾਬਾ ਦਿਆਲਾ ਜੀ ਨੇ ਫਿਰ ਸਿੱਖਾਂ ਨੂੰ ਮੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸ਼ੁਰੂ ਕੀਤਾ। ਬੜਾ ਵੱਡਾ ਇੱਕ ਪ੍ਰਚਾਰ ਅਰੰਭਿਆ। ਸਿੱਖਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਕਰਾਉਣੀਆਂ ਸ਼ੁਰੂ ਕੀਤੀਆਂ। ਇਹਨਾਂ ਤੋਂ ਬਾਅਦ ਇਹਨਾਂ ਦੇ ਜਿਹੜੇ ਪੁੱਤਰ ਨੇ ਦਰਬਾਰਾ ਸਿੰਘ, ਉਹ ਵੀ ਬੜੇ ਵਧੀਆ ਰੋਲ ਨਿਭਾਉਂਦੇ ਆ। ਦਰਬਾਰਾ ਸਿੰਘ ਤੋਂ ਬਾਅਦ ਰੱਤਾ ਸਿੰਘ ਤੋਂ ਬਾਅਦ ਗੁਰਦਿੱਤਾ ਸਿੰਘ। ਇਹਨਾਂ 4 ਜਾਣਿਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਆਪਣੇ ਆਪ ਨੂੰ ਕੋਈ ਗੁਰੂ ਨਹੀਂ ਬਣਾਇਆ, ਕੋਈ ਵੱਖਰੀ ਸੰਸਥਾ ਨਹੀਂ ਥਾਪੀ। ਪਰ ਇਹਨਾਂ ਤੋਂ ਬਾਅਦ ਇਹਨਾਂ ਦਾ ਨੇੜੇ ਦਾ ਇਹ ਸਰਦਾਰ ਬੂਟਾ ਸਿੰਘ ਉਹਦਾ ਨਾਮ ਹੈ। ਇਹ ਬੂਟਾ ਸਿੰਘ ਜਿਹੜਾ ਸੀ ਕਰੈਕਟਰ ਪੱਖੋਂ ਬੜਾ ਮਾੜਾ, ਨਸ਼ੇ ਇਹਨੇ ਕਰਨੇ ਤੇ ਇੱਕ ਵਾਰ ਇਹਨੇ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਥਾ ਕੀਤੀ ਤੇ ਮਹਾਰਾਜ ਦੇ ਉੱਤੇ ਉਲਟੀਆਂ ਕੀਤੀਆਂ। ਜਦੋਂ ਹੁਣ ਇਹ ਗੁਰਦਿੱਤਾ ਸਿੰਘ ਉਦੋਂ ਮੇਨ ਮੁਖੀ ਨੇ, ਉਹਨੇ ਧੱਕੇ ਮਾਰੇ ਇਹਨੂੰ ਕੱਢਤਾ। ਇੱਥੋਂ ਫਿਰ ਆਹ ਗੱਲ ਧਿਆਨ ਰੱਖਣੀ, ਨਕਲੀ ਨਿਰੰਕਾਰੀਆਂ ਦਾ ਵੱਖਰਾ ਇੱਕ ਚੱਲਦਾ ਤੇ ਅਸਲੀ ਨਿਰੰਕਾਰੀ ਵੱਖਰੇ ਹੋ ਗਏ। ਉਹ ਨਿਰੰਕਾਰੀ ਜਿਹੜੇ ਗੁਰੂ ਨਾਨਕ ਦੇ ਉਪਾਸਕ ਨੇ, ਸਿੱਖੀ ਤੇ ਗੁਰੂ ਦਾ ਪ੍ਰਚਾਰ ਕਰਦੇ। ਤੇ ਤੁਹਾਨੂੰ ਪਤਾ ਅੱਜ ਦੀ ਧਰਤੀ ਤੇ ਅਸਲ ਘੱਟ ਵਿਕਦਾ, ਨਕਲ ਜ਼ਿਆਦਾ ਵਿਕਦੀ ਆ, ਕਿਉਂਕਿ ਨਕਲ 'ਚ ਚਮਕ ਬੜੀ ਹੁੰਦੀ। ਨਕਲ ਜਿਹੜੀ ਹੈ ਉਹ ਸਰਕਾਰਾਂ ਦੀ ਸ਼ਹਿ ਨਾਲ ਚੱਲਦੀ ਆ। ਇੱਥੇ ਹੁਣ ਇਹ ਪਿਸ਼ੌਰ ਤੋਂ ਚੱਲ ਕੇ ਦਿੱਲੀ ਆਇਆ,
ਇੰਦਰਾ ਗਾਂਧੀ ਨਾਲ ਹੱਥ ਮਿਲਾਏ ਕਿ ਤੁਸੀਂ ਸਾਨੂੰ ਡੇਰਾ ਖੋਲ੍ਹ ਕੇ ਦਿਓ, ਅਸੀਂ ਸਿੱਖਾਂ ਦੇ ਖਿਲਾਫ ਪ੍ਰਚਾਰ ਕਰਾਂਗੇ। ਇਹ ਸਾਰੀਆਂ ਲਿਖਤਾਂ ਨੇ, ਮੈਂ ਕੋਲੋਂ ਕੋਈ ਗੱਲ ਨਹੀਂ ਬਣਾ ਰਿਹਾ। ਇਹਨਾਂ ਨੇ ਫਿਰ ਸਿੱਖੀ ਦਾ ਕਹਿ ਲਓ ਘਾਣ ਕਰਨਾ ਸ਼ੁਰੂ ਕੀਤਾ, ਬਹੁਤ ਮਾੜਾ ਬੋਲਣਾ ਸ਼ੁਰੂ ਕੀਤਾ। ਸਿੱਖ ਚੁੱਪ ਰਹਿੰਦੇ ਰਹੇ। ਇੱਕ ਗੱਲ ਦਾ ਧਿਆਨ ਰੱਖਿਆ ਤੁਸੀਂ, 1929 ਤੋਂ ਬਾਅਦ 78 ਆ ਗਿਆ, ਸਿੱਖਾਂ ਨੇ ਅਜੇ ਤੱਕ ਹਥਿਆਰਾਂ ਨੂੰ ਹੱਥ ਨਹੀਂ ਪਾਏ। ਜਿਹੜੇ ਅੱਜ ਕਹਿੰਦੇ ਨਾ ਜੀ ਸਿੱਖਾਂ ਨੇ ਹਥਿਆਰ ਚੱਕ ਲਏ 84 'ਚ, ਕਿੰਨਾ ਕੁ ਚਿਰ ਹੋਰ ਸਹਿੰਦੇ ਇਹਨਾਂ ਦਾ ਤਸ਼ੱਦਦ, ਕਿੰਨਾ ਕੁ ਚਿਰ ਗੁਰਬਾਣੀ ਦੀ ਬੇਅਦਬੀ ਤੇ ਗੁਰੂਆਂ ਦੇ ਪ੍ਰਤੀ ਮਾੜੇ ਬੋਲ ਸਹਿੰਦੇ। ਆਖਿਰਕਾਰ ਜਦੋਂ ਹਕੂਮਤਾਂ ਸਰਕਾਰਾਂ ਕਾਨੂੰਨ ਕੁਝ ਨਹੀਂ ਕਰਦਾ ਤੇ ਫਿਰ ਸਿੱਖਾਂ ਨੇ ਤੇ ਕੁਝ ਆਪਣਾ ਕਾਨੂੰਨ ਵੱਖਰਾ ਬਣਾਉਣਾ ਸੀ ਨਾ। ਹੁਣ ਇਹਦੇ ਬੂਟਾ ਸਿੰਘ ਤੋਂ ਬਾਅਦ ਇੱਕ ਅਵਤਾਰ ਸਿੰਘ ਗੱਦੀ ਤੇ ਬੈਠਾ। ਇਹਨੇ ਕੀ ਕੀਤਾ, ਅਵਤਾਰ ਬਾਣੀ ਉਚਾਰੀ। ਉਹਦੇ ਵਿੱਚ ਇਹਨੇ ਰਾਮ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਜੀ ਪ੍ਰਤੀ ਬੜੇ ਮਾੜੀਆਂ ਤੁਕਾਂ ਲਿਖੀਆਂ। ਇਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਸਾਜੇ, ਮੈਂ 7 ਸਿਤਾਰੇ ਸਾਜਾਂਗਾ। ਭਾਵ ਕਿ ਇੱਕ ਬੰਦੇ ਨੂੰ ਜਿਵੇਂ ਕਹਿ ਲਓ ਕਿ ਹਿਰਦੇ ਨਹੀਂ ਬੁਲੰਦਰੇ ਜਾਂਦੇ, ਪਰ ਕੌਮ ਚੁੱਪ ਰਹੀ। ਤੁਸੀਂ ਮਾਣ ਕਰਿਆ ਕਰੋ ਕਿ ਸਾਡੇ 'ਚ ਕਿੰਨਾ ਸਹਿਜ ਸੀ ਕਿ ਕੋਈ ਗੱਲ ਨਹੀਂ, ਸਿੱਖ ਕੌਮ ਕਹਿੰਦੀ ਅਸੀਂ ਤਾਂ ਵੀ ਬਹਿ ਕੇ ਗੱਲ ਕਰਦੇ ਹਾਂ। ਇਹਨੇ ਲਿਖਿਆ ਉੱਥੇ ਕਿ ਰਾਮ ਕ੍ਰਿਸ਼ਨ ਨਾਨਕ ਜੇ ਆਪਣਾ ਪਰਦਾ ਨਾ ਲਾ ਸਕੇ, ਜੋ ਜੋ ਆਏ ਜਗਤ ਮੈਂ ਆਪਣਾ ਆਪ ਨਾ ਪਾ ਸਕੇ। ਕਿ ਇਹ ਵੀ ਆਪਣਾ ਪਰਦਾ ਨਹੀਂ ਲਾ ਸਕੇ, ਇਹ ਵੀ ਇੱਦਾਂ ਹੀ ਹਨੇਰੇ 'ਚ ਜ਼ਿੰਦਗੀ ਭੋਗ ਕੇ ਚਲੇ ਗਏ। ਸਿੱਖਾਂ ਨੇ ਫਿਰ ਵੀ ਕਿਹਾ ਕਿ ਤੂੰ ਪਿਆਰ ਨਾਲ ਆਪਣਾ ਜਿਹੜਾ ਤੂੰ ਡੰਬ ਰਚਿਆ ਉਹਨੂੰ ਤੋਰੀ ਚੱਲ। ਇਹਨੇ ਅਵਤਾਰ ਬਾਣੀ ਉਚਾਰੀ। ਇਹਨੇ ਫਿਰ ਜਿਹੜੇ 7 ਸਿਤਾਰੇ ਸਾਜੇ। ਇਹਦੇ ਤੋਂ ਬਾਅਦ ਗੁਰਬਚਨ ਸਿੰਘ ਜਿਹੜਾ ਹੈ ਉਹ ਮੁਖੀ ਬਣਦਾ ਨਿਰੰਕਾਰੀਆਂ ਦਾ। ਇਹਨੇ ਕੀ ਕੀਤਾ, ਇੱਥੋਂ ਫਿਰ ਹਲਚਲ ਹੋਈ ਥੋੜੀ ਜੀ। ਇਹਨੇ ਇੱਕ ਵਾਰ ਆਪਣੀ ਜਨਾਨੀ ਨੂੰ ਤੱਕੜ ਤੇ ਬਿਠਾ ਕੇ ਤੇ ਸੋਨੇ ਨਾਲ ਤੋਲਿਆ। ਸਿੱਖਾਂ ਨੂੰ ਕਿ ਭਾਵੇਂ 20 ਵਾਰੀ ਤੋਲ, ਤੇਰੀ ਜਨਾਨੀ ਤੇਰਾ ਪੈਸਾ। ਪਰ ਇਹਨੇ ਇੱਕ ਪੰਕਤੀ ਉੱਤੇ ਲਿਖਾਈ ਆਪੇ, ਜਿਹੜੀ ਹੈ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਉਂਦੀ ਆ ਕਿ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ। ਉੱਥੇ ਇਹ ਲਿਖਿਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤਲਾਇਆ। ਹੁਣ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਆ। ਸਿੱਖਾਂ ਨੇ ਬਰਦਾਸ਼ਤ ਨਾ ਕੀਤਾ। ਸਿੱਖ ਕਹਿੰਦੇ ਸਾਡੇ ਤੇ ਹਮਲੇ ਕਰੋ, ਸਾਡੀਆਂ ਦਾੜੀਆਂ ਪੁੱਟੋ, ਪੱਗਾਂ ਲਾਓ, ਅਸੀਂ ਫਿਰ ਵੀ ਅਮਨ ਸ਼ਾਂਤੀ ਰੱਖਾਂਗੇ, ਪਰ ਜਿੱਦਣ ਗੁਰੂਆਂ ਤੇ ਚੜ੍ਹ ਕੇ ਆਓਗੇ, ਗੁਰਬਾਣੀ ਵਾਲੇ ਪਾਸੇ ਆਓਗੇ, ਫਿਰ ਆਪਾਂ ਤੁਹਾਡੇ ਨਾਲ ਦੁੱਧ ਵੱਧ ਕਰਾਂਗੇ। ਪਰ ਇਹਨਾਂ ਦੇ ਮਗਰ ਸਰਕਾਰ ਸੀ ਇੰਦਰਾ ਗਾਂਧੀ ਦੀ। ਇਹਨਾਂ ਨੇ ਜੋ ਆਏ ਮਨ ਮਰਜ਼ੀਆਂ ਕੀਤੀਆਂ। ਫਿਰ ਜਿਹੜੀ ਬੇਨਤੀ ਕੀਤੀ ਕਿ ਉਸ ਤੋਂ ਬਾਅਦ ਇਹ ਅਕਾਲੀਆਂ ਦੀ ਸਪੋਰਟ 'ਚ ਆਏ। ਇਹਨਾਂ ਨੇ ਫਿਰ ਕੀ ਕੀਤਾ, ਕਹਿੰਦੇ ਹੁਣ ਦਿੱਲੀ 'ਚ ਨਹੀਂ, ਹੁਣ 78 ਦੀ ਵਿਸਾਖੀ ਆਪਾਂ ਅੰਮ੍ਰਿਤਸਰ ਸ਼ਹਿਰ 'ਚ ਮਨਾਵਾਂਗੇ। ਇਹਦੇ ਤੋਂ ਪਹਿਲਾਂ ਸਰਕਾਰਾਂ ਜਦੋਂ ਕੋਈ ਮੂਵਮੈਂਟ ਸ਼ੁਰੂ ਕਰਦੀਆਂ ਨੇ, ਭਾਵੇਂ ਅੰਮ੍ਰਿਤਪਾਲ ਸਿੰਘ ਖਾਲਸੇ ਨੂੰ ਫੜਨਾ ਸੀ, G20 ਦੇ ਨਾਂ ਤੇ ਭਾਰੀ ਫੋਰਸ ਪੰਜਾਬ 'ਚ ਮੰਗਾਈ ਜਾਂਦੀ ਆ ਕਿ ਅਸੀਂ ਜੀ ਫਲਾਣੇ ਕੰਮ ਲਈ ਮੰਗਾਈ। ਉਸੇ ਫੋਰਸ ਨੂੰ ਵਰਤ ਕੇ ਖਾਲਸਾ ਬਹੀਰ ਨੂੰ ਵੇਖੋ ਨੇਸਤੋ ਨਬੂਦ ਕੀਤਾ ਗਿਆ। ਇਹ ਸਰਕਾਰਾਂ ਕਰਦੀਆਂ ਨੇ। ਇਹਨਾਂ ਨੇ ਉਦੋਂ ਗੁਰਦਾਸਪੁਰ ਦਾ ਜਿਹੜਾ DC ਲਾਇਆ, ਲਿਖਤਾਂ ਪੜ੍ਹ ਕੇ ਵੇਖੋ, ਉਹਦਾ ਨਾਮ ਹੈ ਨਿਰੰਜਨ ਸਿੰਘ। ਇਹ ਕੱਟੜ ਨਿਰੰਕਾਰੀ ਸੀ। ਇਹਨੇ ਫਿਰ ਬੜੀ ਸਪੋਰਟ ਕੀਤੀ। ਜਿੱਥੇ ਇਹਨਾਂ ਦਾ ਡੇਰਾ ਲੱਗਾ ਕਿ ਕਿਵੇਂ ਫੌਜ ਇਹਨਾਂ ਨੂੰ ਦੇਣੀ ਆ, ਪੁਲਿਸ ਦਾ ਮਹਿਕਮਾ ਇਹਨਾਂ ਨੂੰ ਦੇਣਾ, ਉਹਨਾਂ ਨੂੰ ਪਤਾ ਸੀ ਇੱਥੇ ਗੜਬੜੀ ਹੋਣੀ ਆ। ਫਿਰ ਇਹਨਾਂ ਨੇ ਪੰਜਾਬ ਦਾ ਚੀਫ ਲਾਇਆ ਸੀ HS, ਉਹਦਾ ਨਾਮ ਹੈ ਚੀਨਾ। ਇਹ ਵੀ ਕੱਟੜ ਨਿਰੰਕਾਰੀ। ਪਹਿਲਾਂ ਇਹ ਮਾਹੌਲ ਸਿਰਜਦੇ ਆ, ਵੱਡੇ ਵੱਡੇ ਤਖਤਾਂ ਤੇ ਗੱਦੀਆਂ ਤੇ ਆਪਣੇ ਬੰਦੇ ਬਿਠਾਉਂਦੇ ਆ, ਕਿਉਂਕਿ ਉਹਨਾਂ ਦੇ ਹੁਕਮ ਚੱਲਣੇ ਹੁੰਦੇ ਅੱਗੇ। 13 ਅਪ੍ਰੈਲ 1978 ਦੇ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਨਗਰ ਕੀਰਤਨ ਕੱਢਿਆ ਜਾਣਾ ਸੀ। ਸੰਤ ਜਰਨੈਲ ਸਿੰਘ ਜੀ ਮੁਖੀ ਨੇ ਸਾਡੇ ਕੌਮ ਦੇ ਆਗੂਆਂ ਵੱਲੋਂ ਕਿ ਅਸੀਂ ਜਿਵੇਂ ਆਮ ਕਰਕੇ ਨਗਰ ਕੀਰਤਨ ਕੱਢਦੇ ਹਾਂ, ਇਹਨਾਂ ਨੇ ਜਾਣ ਕੇ ਬਲਦੀ ਦੇ ਜਿਵੇਂ ਬੰਦਾ ਤੇਲ ਨਹੀਂ ਪਾਉਂਦਾ, ਇਹਨਾਂ ਨੇ 12 ਤਰੀਕ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਵੱਡਾ ਜਲੂਸ ਕੱਢਿਆ। 20 ਵਾਰੀ ਕੱਢੋ, ਸਿੱਖਾਂ ਨੂੰ ਕੀ ਲੱਗੇ। ਪਰ ਇਸ ਜਲੂਸ ਦੇ ਵਿੱਚ ਇਹਨਾਂ ਨੇ ਗੁਰੂਆਂ ਪ੍ਰਤੀ, ਸਿੱਖਾਂ ਪ੍ਰਤੀ ਬੜੀ ਭੱਦੀ ਸ਼ਬਦਾਵਲੀ ਵਰਤੀ। ਇੰਨੇ ਮਾੜੇ ਬੋਲ ਵਰਤੇ ਕਿ ਫਿਰ ਸੰਤ ਜਰਨੈਲ ਸਿੰਘ ਜੀ ਨੇ, ਬਾਬਾ ਫੌਜਾ ਸਿੰਘ ਜੀ ਅਖੰਡ ਕੀਰਤਨੀਏ ਇਹ ਜੱਥੇ ਦੇ ਹੋਏ ਨੇ, ਕਹਿੰਦੇ ਕਿ ਤੁਸੀਂ ਇੱਦਾਂ ਕਰੋ, ਇਹ ਸਮਾਗਮ ਕਰਨ, ਸਾਡੀ ਧਰਤੀ ਗੁਰੂਆਂ ਨੇ ਖਰੀਦਿਆ ਹੋਇਆ। ਅੰਮ੍ਰਿਤਸਰ ਸ਼ਹਿਰ ਕਿਸੇ ਦੇ ਜਿਹੜੀ ਹੈ ਕਿਸੇ ਦੀ ਜੱਦੀ ਜ਼ਮੀਨ ਨਹੀਂ, ਇਹ ਸਾਡੀ ਹੈ। ਕੋਈ ਗੱਲ ਨਹੀਂ, ਜੇ ਸਮਾਗਮ ਕਰਨਾ ਚਾਹੁੰਦੇ ਆ ਤੇ ਕਰਨ, ਪਰ ਇਹਨਾਂ ਨੂੰ ਤੁਸੀਂ ਪਿਆਰ ਨਾਲ ਸਮਝਾ ਕੇ ਆਓ ਕਿ ਤੁਸੀਂ ਨਾ ਸਿੱਖਾਂ ਪ੍ਰਤੀ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੁਝ ਮਾੜੇ ਬੋਲੋ, ਕੋਈ ਵੀ ਇਹੋ ਜਿਹਾ ਕਰਮ ਨਾ ਕਰੋ। ਹੁਣ ਇਸ ਸਮੇਂ ਸਰਕਾਰ ਕਿਹਦੀ ਆ? ਅਕਾਲੀਆਂ ਦੀ।
ਤੇ ਇਹਨੂੰ ਪਤਾ ਸੀ ਬਾਦਲ ਨੂੰ ਕਿ ਸਭ ਕੁਝ ਇੱਥੇ ਹੋਣਾ, ਇਹ ਬੰਬੇ ਚਲਾ ਗਿਆ ਵਿਸਾਖੀ ਮਨਾਉਣ। ਵੇਖੋ ਪੰਜਾਬ ਦੀ ਧਰਤੀ ਤੇ ਅੱਗੇ ਗਰਮਾ ਗਰਮੀ ਆ, ਨਿਰੰਕਾਰੀਆਂ ਨੂੰ ਤੁਸੀਂ ਕਿਹਾ ਕਿ ਅੰਮ੍ਰਿਤਸਰ ਜਾ ਕੇ ਵਿਸਾਖੀ ਮਨਾ ਲਓ, ਤੇ ਆਪ ਤੋਂ ਡੋਲਾ ਫੜਿਆ ਤੇ ਚੱਲ ਗਿਆ ਬੰਬੇ। ਇੱਥੇ ਜਿਹੜਾ ਇਹਨੇ ਬੰਦਾ ਬਿਠਾਇਆ ਉਹਦਾ ਨਾਮ ਹੈ ਜੀਵਨ ਸਿੰਘ ਉਮਰਾ ਨਕਲੀ, ਐਵੇਂ ਛੋਟਾ ਜਿਹਾ ਮੰਤਰੀ। ਤੇ ਵਧਾਈ ਦੇਣ ਗਿਆ, ਸੰਤਾਂ ਨੇ ਕਿਹਾ ਇਹ ਬੜਾ ਮਾੜਾ ਬੋਲ ਰਿਹਾ ਸਿੱਖਾਂ ਨੂੰ। ਗੁਰੂਆਂ ਨੇ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ, ਇਹਨਾਂ ਦੀਆਂ ਵੱਡੀਆਂ ਤਾਕਤਾਂ ਉੱਪਰ ਤੱਕ ਇਹਨਾਂ ਦੀ ਜਿਹੜੀ ਉਹ ਚੱਲਦੇ ਨੇ ਨਾਮ। ਸਿੱਖਾਂ ਨੇ ਹੱਥ 'ਚ ਕੋਈ ਹਥਿਆਰ ਨਹੀਂ ਖੜਿਆ। ਮੈਂ ਇੱਥੇ ਵਿਸ਼ੇ ਨੂੰ ਰੋਕਣ ਲੱਗਾ। ਖਾਲੀ ਹੱਥ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੇਵਲ ਸਮਝਾਉਣ ਗਏ ਕਿ ਤੁਸੀਂ ਆਪਣਾ ਡੇਰਾ ਲਾਓ, ਆਪਣਾ ਪ੍ਰਚਾਰ ਕਰੋ, ਜੋ ਆਂਦਾ ਮਨਮਾਨੀਆਂ ਕਰੋ, ਪਰ ਸਾਡੇ ਗੁਰੂਆਂ ਖਿਲਾਫ ਅਸੀਂ ਕੋਈ ਮਾੜੀ ਗੱਲ ਨਹੀਂ ਸੁਣਨੀ। ਇਹਨਾਂ ਨੇ ਸ਼ਾਂਤਮਈ ਗਏ। ਬਾਬਾ ਫੌਜਾ ਸਿੰਘ ਦੀ ਅਗਵਾਈ ਹੇਠ ਉਹਨਾਂ ਸਿੱਖਾਂ ਤੇ ਫਿਰ ਅਤਿਆਚਾਰ ਕੀਤਾ। ਕੀ ਕਿਰਪਾਨਾਂ, ਕੀ ਗੰਡਾਸੇ, ਜੋ ਇਹਨਾਂ ਨੂੰ ਲੱਭਾ। 13 ਸਿੱਖ ਸ਼ਹੀਦ ਹੋਏ ਇਹਨਾਂ ਦੇ ਚੱਲਦੇ ਸਮਾਗਮ 'ਚ, ਤੇ 70 ਤੋਂ ਵੱਧ ਸਿੰਘ ਫੱਟੜ ਹੋਏ। ਕਮਾਲ ਦੀ ਗੱਲ, ਜਿਹੜੇ ਸਿੱਖ ਤੜਪਦੇ ਸੀ ਉਹਨਾਂ ਨੂੰ ਕਿਸੇ ਨਹੀਂ ਚੱਕਿਆ। ਜਿਹੜਾ ਗੁਰਬਚਨਾ ਇਹਨਾਂ ਦਾ ਮੇਨ ਮੁਖੀਆ, ਉਹਨੂੰ HS ਜੰਜੂਆ ਇੱਕ ਨਾਮ ਆਉਂਦਾ ਜੀ, ਉਹਦੀ ਇਹ ਸਰਕਾਰੀ ਕਰਿੰਦਾ ਸੀ। ਇਹਨੇ ਜਲੰਧਰ ਖੜਿਆ, ਜੈਟ ਸਿਕਿਉਰਿਟੀ ਦਿੱਤੀ ਤੇ ਦਿੱਲੀ ਪਹੁੰਚਾਇਆ। ਹੁਣ ਦਿੱਲੀ ਵਿੱਚ ਕਾਬਲ ਸਿੰਘ ਤੇ ਜਿਹੜੇ ਦੂਜੇ ਨੇ ਸਾਡੇ ਅੱਜ ਕੋਲ ਇਲੈਕਸ਼ਨ ਵੀ ਲੜਦੇ, ਜੇਲਾਂ ਭੋਗੀਆਂ ਉਹਨਾਂ ਨੇ, ਇਹ 2 ਜਾਣੇ ਮਿਲ ਕੇ ਕਿਵੇਂ 3 ਮਹੀਨੇ ਤੇ 20 ਦਿਨ ਬਾਅਦ ਬੜੇ ਤਰੀਕੇ ਦੇ ਨਾਲ ਰਣਜੀਤ ਸਿੰਘ ਦੂਜਾ ਬੰਦਾ ਗੁਰਬਚਨੇ ਨੂੰ ਗੱਡੀ ਚਾੜਦੇ ਆ। ਉਹ ਤੋਂ ਬਾਅਦ ਜਿਹੜਾ ਲਾਲਾ ਜਗਤ ਨਾਰਾਇਣ ਹਮੇਸ਼ਾ ਪ੍ਰੈਸ ਦਾ ਕਿਵੇਂ 43,000 ਅਖਬਾਰਾਂ ਤੋਂ 2,46,000 6 ਮਹੀਨਿਆਂ ਤੱਕ ਅਖਬਾਰ ਦੀ ਵਕਣੀ ਸ਼ੁਰੂ ਹੁੰਦੀ ਆ। ਕਿਵੇਂ ਸੰਤਾਂ ਨੂੰ ਜਿਹੜਾ ਉਹ ਚੰਦੂ ਕਲਾਂ ਤੋਂ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ। ਅੱਗੇ 82 ਵਿੱਚ ਇੱਕ ਮੂਵਮੈਂਟ ਤੁਰਦੀ ਆ, 83 ਵਿੱਚ 84 'ਚ ਫਿਰ ਇਹ ਨੇੜੇ ਤੇੜੇ ਆਪਾਂ ਜਾ ਕੇ ਤੇ ਸਾਰੀ ਇਹ ਅਗਲੀ ਤੁਸੀਂ ਜਿਹੜੀ ਉਹ ਵਿਚਾਰ ਸੁਣਨੀ ਆ। ਤੇ ਗੁਰੂ ਸਾਹਿਬ ਕਿਰਪਾ ਕਰੇ ਸਾਧ ਸੰਗਤ, ਜੇ ਅਸੀਂ ਕਿਤਾਬਾਂ ਪੜ੍ਹ ਨਹੀਂ ਸਕਦੇ ਤੇ ਕੋਸ਼ਿਸ਼ ਕਰੀਏ ਆਪਣੇ ਇਤਿਹਾਸ ਨੂੰ ਸੁਣ ਕੇ ਆਪਣੀ ਜ਼ਿੰਦਗੀ 'ਚ ਤੇ ਆਪਣੇ ਬੱਚਿਆਂ 'ਚ ਚੀਜ਼ਾਂ ਭਰੀਏ ਕਿ ਆਪਣੇ ਘਰਾਂ 'ਚ ਊੜਾ ਤੇ ਜੂੜਾ ਸਲਾਮਤ ਰੱਖੀਏ। ਊੜਾ ਤੇ ਜੂੜਾ ਹਕੂਮਤਾਂ ਨੂੰ ਰੜਕਦਾ, ਸਾਡੇ ਮੁੱਖ ਤੇ ਪੰਜਾਬੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਸਾਡੀ ਹਮੇਸ਼ਾ ਜ਼ੁਬਾਨ ਤੇ ਰਹਿਣਗੇ। ਸਾਡੇ ਸਿਰਾਂ ਤੇ ਦਸਤਾਰਾਂ ਹੋਣਗੀਆਂ ਤੇ ਦਸਤਾਰਾਂ ਸਾਡੇ ਤੁਰਦੇ ਫਿਰਦੇ ਜਿਹੜੇ ਨਿਸ਼ਾਨ ਸਾਹਿਬ ਨੇ, ਜਿਨ੍ਹਾਂ ਤੋਂ ਸਿੱਖੀ ਦੀ ਪਹਿਚਾਣ ਹੁੰਦੀ ਆ ਕਿ ਕੋਈ ਕੌਮ ਧਰਤੀ ਤੇ ਆ। ਸੋ ਇੰਨੀਆਂ ਕੁ ਵਿਚਾਰਾਂ ਤੁਸੀਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।